ਆਸਾ ਮਹਿਲਾ ਪਹਿਲਾ ਤੇ ਤੁਕਾ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਈ। ਕਿਸ ਹੀ ਮਾਨ ਕਿਸੈ ਅਪਮਾਨ, ਢਾਹੇ ਉਸਾਰੇ ਧਰੇ ਧਿਆਨ। ਤੁਝ ਤੇ ਵੱਡਾ ਨਾਹੀ ਕੋਇ, ਕਿਸ ਵਿਖਾਲੀ ਚੰਗਾ ਹੋਈ। ਸ਼ਬਦ ਤੇ ਤੁਕਾ ਦਾ ਅਰਥ ਹੈ ਤਿੰਨ ਤੁਕਾਂ, ਕਿ ਇਸ ਸ਼ਬਦ ਦੇ ਜੋ ਬੰਦ ਹਨ ਉਹ ਤਿੰਨ ਤਿੰਨ ਤੁਕਾਂ ਦੇ ਹਨ। ਪਰ ਜਿਵੇਂ ਅਸੀਂ ਹੁਣ ਇਹ ਇੱਕ ਬੰਦ ਪੜ੍ਹਿਆ ਹੈ, 6 ਤੁਕਾਂ ਪੜ੍ਹੀਆਂ ਨੇ, ਪਰ ਇਹ ਜੋ ਤੁਕਾਂ ਹਨ, ਪੰਕਤੀਆਂ ਹਨ, ਇਹ ਬਹੁਤ ਛੋਟੀਆਂ ਛੋਟੀਆਂ ਹਨ, ਸੋ ਦੋ ਨੂੰ ਇੱਕ ਕਰਕੇ ਗਿਣਨਾ ਹੈ। ਗੁਰੂ ਜੀ ਕਹਿੰਦੇ ਹਨ, ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਈ। ਕਿ ਇੱਕ ਤੇ ਉਹ ਹੈ ਜੋ ਮੰਗਤਾ ਹੈ, ਭਿਖਿਆ ਮੰਗ ਕੇ ਖਾਂਦਾ ਹੈ, ਉਹ ਵੀ ਤੇਰੇ ਆਸਰੇ ਨੂੰ ਭੁਲਾਈ ਬੈਠਾ ਹੈ। ਦੂਜਾ ਉਹ ਹੈ ਜੋ ਰਾਜਾ ਹੈ, ਆਪਣੇ ਰਾਜ ਭਾਗ ਦੇ ਵਿੱਚ ਮਸਤ ਹੈ, ਉਹ ਵੀ ਤੈਨੂੰ ਭੁਲਾਈ ਬੈਠਾ ਹੈ। ਕਿਸ ਹੀ ਮਾਨ ਕਿਸੈ ਅਪਮਾਨ, ਢਾਹੇ ਉਸਾਰੇ ਧਰੇ ਧਿਆਨ। ਕਿਸੇ ਨੂੰ ਆਦਰ ਮਿਲ ਰਿਹਾ ਹੈ ਤਾਂ ਉਹ ਆਦਰ ਦੇ ਵਿੱਚ ਹੰਕਾਰੀ ਹੋ ਗਿਆ ਹੈ, ਕਿਸੇ ਨੂੰ ਨਿਰਾਦਰ ਮਿਲ ਗਿਆ ਹੈ ਤੇ ਉਹ ਨਿਰਾਦਰ ਦੇ ਵਿੱਚ ਆਪਣੇ ਆਪ ਨੂੰ ਬਿਲਕੁਲ ਹੀ ਕੌਡੀ ਸਮਝਣ ਲੱਗ ਗਿਆ ਹੈ। ਸਮਝਣ ਵਾਲੀ ਗੱਲ ਹੈ ਕਿ ਜੋ ਪ੍ਰਮਾਤਮਾ ਦੇ ਬਣਾਏ ਹੋਏ ਸਾਰੇ ਜੀਵ ਬਰਾਬਰ ਦੇ ਨੇ, ਸਭ ਨੂੰ ਉਸ ਪ੍ਰਮਾਤਮਾ ਨੇ ਬਰਾਬਰ ਦਾ ਬਣਾਇਆ ਹੈ। ਸਾਰੇ ਹੀ ਅਸੀਂ ਉਸ ਪ੍ਰਮਾਤਮਾ ਦੇ ਬੱਚੇ ਹਾਂ। ਜੇ ਸਾਡਾ ਦੁਨਿਆਵੀ ਕੋਈ ਆਸਰਾ ਨਾ ਵੀ ਹੋਵੇ ਤਾਂ ਪ੍ਰਮਾਤਮਾ ਸਾਡਾ ਆਸਰਾ ਸਦਾ ਹੈ। ਜੋ ਵੀ ਮਨੁੱਖ ਭੀਖਕ ਬਣਦਾ ਹੈ, ਮੰਗਤਾ ਬਣਦਾ ਹੈ, ਉਹ ਆਪਣੇ ਅੰਦਰ ਇੱਕ ਗੱਲ ਧਾਰ ਚੁੱਕਿਆ ਹੁੰਦਾ ਹੈ ਕਿ ਮੈਂ ਕਿਸੇ ਵੀ ਕੰਮ ਦਾ ਨਹੀਂ, ਮੈਂ ਜੀਵਨ ਦੇ ਵਿੱਚ ਕੋਈ ਕੰਮ ਕਰ ਨਹੀਂ ਸਕਦਾ। ਜੇ ਕਿਸੇ ਨੂੰ ਕੋਈ ਸਰੀਰਕ ਤੌਰ ਤੇ ਸਮੱਸਿਆ ਹੈ, ਕੋਈ ਅੰਗ ਕੱਟਿਆ ਵੱਢਿਆ ਗਿਆ ਹੈ, ਉਹ ਵਾਕਿਆ ਹੀ ਕੰਮ ਕਰਨ ਦੇ ਯੋਗ ਨਹੀਂ ਰਿਹਾ ਤਾਂ ਗੱਲ ਵੱਖਰੀ ਹੈ। ਪਰ ਅਸੀਂ ਵੇਖਦੇ ਹਾਂ ਬਹੁਤ ਸਾਰੇ ਚੰਗੇ ਭਲੇ ਹੱਟੇ ਕੱਟੇ ਲੋਕ ਵੀ ਮੰਗਤੇ ਬਣੇ ਫਿਰਦੇ ਹੁੰਦੇ ਹਨ, ਤਾਂ ਉਹਨਾਂ ਦੇ ਪਿੱਛੇ ਜੋ ਸੋਚ ਹੈ ਉਹ ਇਹ ਕਿ ਉਹ ਆਪਣੇ ਆਪ ਨੂੰ ਬਿਲਕੁਲ ਹੀ ਨੇ ਆਸਰਾ ਸਮਝ ਲੈਂਦੇ ਨੇ, ਆਪਣਾ ਵੀ ਕੌਡੀ ਮੁੱਲ ਨਹੀਂ ਸਮਝਦੇ। ਜੀਵਨ ਦੇ ਵਿੱਚ ਸ਼ਾਇਦ ਉਹਨਾਂ ਨੂੰ ਕਦੇ ਆਦਰ ਨਹੀਂ ਮਿਲਿਆ ਤਾਂ ਨਿਰਾਦਰ ਦੇ ਕਾਰਨ ਉਹ ਆਪਣੇ ਆਪ ਨੂੰ ਕੌਡੀ ਸਮਝਣ ਲੱਗ ਜਾਂਦੇ ਨੇ, ਬਿਲਕੁਲ ਹੀ ਕਿਸੇ ਕੰਮ ਦਾ ਸਮਝਣੋਂ ਹਟ ਜਾਂਦੇ ਨੇ ਤੇ ਭਿੱਖਿਆ ਮੰਗ ਕੇ ਗੁਜ਼ਾਰਾ ਕਰਨ ਲੱਗਦੇ ਨੇ। ਸੋ ਕਿਸ ਹੀ ਮਾਨ ਕਿਸੈ ਅਪਮਾਨ। ਜਿਹਨੂੰ ਮਾਣ ਮਿਲਿਆ ਉਹ ਹੰਕਾਰ ਕਰ ਬੈਠਾ, ਜਿਹਨੂੰ ਅਪਮਾਨ ਮਿਲਿਆ ਉਹ ਬਿਲਕੁਲ ਹੀ ਢੇਰੀ ਢਾਹ ਬੈਠਾ। ਢਾਹੇ ਉਸਾਰੇ ਧਰੇ ਧਿਆਨ। ਫਿਰ ਅਜਿਹੇ ਮਨੁੱਖ ਵੀ ਹਨ ਜੋ ਆਪਣੇ ਮਨ ਵਿੱਚ ਹੀ ਬਹੁਤ ਸਾਰੀਆਂ ਸਲਾਹਾਂ ਬਣਾਉਂਦੇ ਨੇ ਤੇ ਢਾਹ ਲੈਂਦੇ ਨੇ, ਇਹਨਾਂ ਸੋਚਾਂ ਦੇ ਵਿੱਚ ਹੀ ਸਦਾ ਪਏ ਰਹਿੰਦੇ ਨੇ। ਤੁਝ ਤੇ ਵੱਡਾ ਨਾਹੀ ਕੋਈ। ਗੁਰੂ ਜੀ ਕਹਿੰਦੇ, ਹੇ ਪ੍ਰਭੂ, ਤੈਥੋਂ ਵੱਡਾ ਮੈਨੂੰ ਕੋਈ ਵੀ ਨਹੀਂ ਮਿਲਿਆ। ਜਿਸ ਮਨੁੱਖ ਨੂੰ ਵੀ, ਜਿਸ ਜੀਵ ਨੂੰ ਵੀ ਵਡਿਆਈ ਬਖਸ਼ਦਾ ਹੈ, ਤੂੰ ਹੀ ਬਖਸ਼ਦਾ ਹੈ। ਤੇਰੇ ਦਿੱਤਿਆਂ ਬਿਨਾਂ ਕਿਸੇ ਨੂੰ ਕੋਈ ਵਡਿਆਈ ਨਹੀਂ ਮਿਲ ਸਕਦੀ। ਕਿਸ ਵਿਖਾਲੀ ਚੰਗਾ ਹੋਏ, ਮੈਂ ਕਿਹਨੂੰ ਦਿਖਾਵਾਂ ਜੋ ਆਪਣੇ ਆਪ ਤੋਂ ਹੀ ਚੰਗਾ ਬਣ ਗਿਆ ਹੋ। ਮੰਨ ਲਓ ਕੋਈ ਇਨਸਾਨ ਬਿਲਕੁਲ ਹੀ ਵਿਕਾਰਾਂ ਦੇ ਵਿੱਚ ਡੁੱਬਿਆ ਹੋਇਆ ਹੈ, ਫਿਰ ਇੱਕ ਦਿਨ ਉਹ ਵਿਕਾਰਾਂ ਦੇ ਵਿੱਚੋਂ ਉੱਠ ਕੇ ਇੱਕ ਬਹੁਤ ਹੀ ਚੰਗਾ ਇਨਸਾਨ ਬਣ ਜਾਂਦਾ ਹੈ। ਉਹ ਆਪਣੇ ਆਪ ਤੋਂ ਨਹੀਂ ਬਣ ਗਿਆ, ਉਹਦੇ ਮਨ ਦੇ ਵਿੱਚ ਚੰਗਾ ਬਣਨ ਦਾ ਫੁਰਨਾ ਉਸ ਪ੍ਰਮਾਤਮਾ ਨੇ ਹੀ ਫੋਰਿਆ। ਉਸ ਫੁਰਨੇ ਨੂੰ ਪੂਰਾ ਕਰਨ ਦੇ ਲਈ ਜੋ ਵਸੀਲੇ ਹਨ ਉਹ ਵੀ ਉਸ ਪ੍ਰਮਾਤਮਾ ਨੇ ਹੀ ਬਣਾਏ। ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਤੇ ਇਹ ਸੱਚ ਹੈ। ਵਿਕਾਰਾਂ ਦੇ ਵਿੱਚ ਡੁੱਬੇ ਹੋਏ ਨੂੰ ਉਹਦੇ ਆਸ-ਪਾਸ ਦੇ ਸਕੇ ਸੰਬੰਧੀ, ਦੋਸਤ ਮਿੱਤਰ ਲੱਖ ਸਮਝਾ ਲੈਣ, ਉਹਦੇ ਖਾਨੇ ਦੇ ਵਿੱਚ ਗੱਲ ਪੈਂਦੀ ਨਹੀਂ। ਤੇ ਪਰ ਫਿਰ ਇੱਕ ਦਿਨ ਆਉਂਦਾ ਹੈ ਜਦੋਂ ਉਹ ਆਪਣੇ ਆਪ ਹੀ ਸਾਰੀ ਗੱਲ ਕਹਾਣੀ ਸਮਝ ਜਾਂਦਾ ਹੈ। ਉਹ ਦਿਨ ਹੁੰਦਾ ਜਦੋਂ ਉਹਦੇ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਜਦੋਂ ਪ੍ਰਮਾਤਮਾ ਉਹਦੇ ਮਨ ਦੇ ਵਿੱਚ ਵਿਕਾਰਾਂ ਨੂੰ ਛੱਡ ਕੇ ਚੰਗੇ ਰਸਤੇ ਤੁਰਨ ਦਾ ਫੁਰਨਾ ਫੋਰ ਦਿੰਦਾ ਹੈ। ਕਿਸ ਵਿਖਾਲੀ ਚੰਗਾ ਹੋਏ। ਗੁਰੂ ਜੀ ਕਹਿੰਦੇ, ਮੈਂ ਕਿਹਨੂੰ ਦਿਖਾਵਾਂ ਜਿਹੜਾ ਆਪਣੇ ਆਪ ਚੰਗਾ ਬਣ ਗਿਆ ਹੋਵੇ। ਕੋਈ ਵੀ ਆਪਣੇ ਆਪ ਚੰਗਾ ਨਹੀਂ ਬਣਦਾ, ਸਭ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਚੰਗੇ ਬਣਦੇ ਨੇ, ਕਿਉਂਕਿ ਤੁਝ ਤੇ ਵੱਡਾ ਨਾਹੀ ਕੋਈ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਓ। ਮੇਰੇ ਲਈ ਤਾਂ ਸਿਰਫ ਤੇਰਾ ਨਾਮ ਹੀ ਆਸਰਾ ਹੈ, ਕਿਉਂਕਿ हे ਪ੍ਰਮਾਤਮਾ
ਤੂੰ ਦਾਤਾ, ਤੂੰ ਦਾਤਾਂ ਦੇਣ ਵਾਲਾ ਹੈ। ਕਰਨਹਾਰ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈ। ਤੇ ਕਰਤਾਰ, ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਵਾਟ ਨਾ ਪਾਵੋ ਵੀਗਾ ਜਾਓ, ਦਰਗਾਹ ਬੈਸਨ ਨਾਹੀ ਥਾਓ। हे ਪ੍ਰਭੂ, ਤੇਰੀ ਓਟ ਤੋਂ ਬਿਨਾਂ, ਤੇਰੇ ਆਸਰੇ ਤੋਂ ਬਿਨਾਂ, ਤੇਰੀ ਮਿਹਰ ਤੋਂ ਬਿਨਾਂ ਮੈਂ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ। ਵਾਟ ਨਾ ਪਾਵੋ, ਨਹੀਂ ਲੱਭ ਸਕਦਾ ਜੀਵਨ ਦਾ ਸਹੀ ਰਸਤਾ। ਵੀਗਾ ਜਾਓ, ਕੁਰਾਹੇ ਹੀ ਜਾਂਦਾ। ਦਰਗਾਹ ਬੈਸਨ ਨਾਹੀ ਥਾਓ, ਮੈਨੂੰ ਤੇਰੀ ਹਜ਼ੂਰੀ ਦੇ ਵਿੱਚ ਵੀ ਥਾਂ ਨਹੀਂ ਲੱਭਦੀ। ਮਨ ਕਾ ਅੰਧਲਾ ਮਾਇਆ ਕਾ ਬੰਦ, ਖੀਨ ਖਰਾਬ ਹੋਵੈ ਨਿਤ ਕੰਧ। ਮੈਂ ਮਨ ਦਾ ਅੰਨਾ ਹਾਂ, ਅਕਲ ਦਾ ਅੰਨਾ ਹਾਂ, ਮਾਇਆ ਦੇ ਵਿੱਚ ਬੱਝਾ ਰਹਿੰਦਾ ਹਾਂ, ਵਿਕਾਰਾਂ ਦੇ ਵਿੱਚ ਖਚਿਤ ਹੋਇਆ ਰਹਿੰਦਾ ਹਾਂ, ਤੇ ਇਸ ਕਰਕੇ ਹੀ ਮੇਰੇ ਸਰੀਰ ਰੂਪੀ ਜੋ ਕੰਧ ਹੈ ਉਹ ਹਰ ਰੋਜ਼ ਕਮਜ਼ੋਰ ਹੋ ਰਹੀ ਹੈ। ਖੀਨ ਤੋਂ ਭਾਵ ਕਮਜ਼ੋਰ। ਖਾਨ ਜੀਵਨ ਕੀ ਬਹੁਤੀ ਆਸ, ਲੇਖਾ ਤੇਰਾ ਸਾਸ ਗਿਰਾਸ। ਮੈਨੂੰ ਸਦਾ ਸਦਾ ਹੋਰ ਖਾਣ ਦੀ, ਹੋਰ ਜਿਉਣ ਦੀ ਆਸ ਲੱਗੀ ਰਹਿੰਦੀ ਹੈ। ਇਸ ਗੱਲ ਦਾ ਚੇਤਾ ਨਹੀਂ ਰਹਿੰਦਾ ਕਿ ਮੇਰਾ ਇੱਕ ਇੱਕ ਸਾਹ ਤੇ ਇੱਕ ਇੱਕ ਗਿਰਾਹੀ ਤੇਰੇ ਹਿਸਾਬ ਵਿੱਚ ਹੈ, ਤੇਰੇ ਲੇਖੇ ਦੇ ਵਿੱਚ ਹੈ। ਅਹਨਸ ਅੰਦੁਲੇ ਦੀਪਕ ਦੇ, ਭੌਜਲ ਡੂਬਤ ਚਿੰਤ ਕਰੇ। हे ਪ੍ਰਮਾਤਮਾ, ਤੂੰ ਇਤਨਾ ਦਿਆਲ ਹੈ, ਇਤਨਾ ਵਿਸ਼ਾਲ ਹੈ। ਮੇਰੇ ਵਰਗੇ ਕਿੰਨੇ ਹੀ ਅੰਨਿਆਂ ਨੂੰ ਤੂੰ ਦਿਨ ਰਾਤ ਗਿਆਨ ਦਾ ਦੀਵਾ ਬਖਸ਼ਦਾ ਹੈ। ਸੰਸਾਰ ਸਮੁੰਦਰ ਦੇ ਵਿੱਚ ਡੁੱਬਦਿਆਂ ਹੋਇਆਂ ਦੀ ਸਾਡੀ ਫਿਕਰ ਰੱਖਦਾ ਹੈ। ਕਿਸੇ ਵੀ ਇੱਕ ਸਮੇਂ ਤੇ ਇਸ ਸੰਸਾਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੋਣੇ ਨੇ ਜੋ ਵਿਕਾਰਾਂ ਦੇ ਵਿੱਚ ਡੁੱਬੇ ਹੋਏ, ਤੇ ਕਿਸੇ ਵੀ ਇੱਕ ਸਮੇਂ ਤੇ ਉਹਨਾਂ ਲੱਖਾਂ ਦੀ ਗਿਣਤੀ ਦੇ ਵਿੱਚੋਂ ਕੁਝ ਅਜਿਹੇ ਵੀ ਹੋਣੇ ਨੇ ਜੋ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਇਸ ਵਿਕਾਰਾਂ ਭਰੀ ਜ਼ਿੰਦਗੀ ਚੋਂ ਉੱਪਰ ਉੱਠ ਕੇ ਇੱਕ ਚੰਗਾ ਇਨਸਾਨ ਬਣਨਾ। ਤੇ ਪ੍ਰਮਾਤਮਾ ਦੀ ਇਹ ਜੋ ਕਿਰਿਆ ਹੈ ਦਿਨ ਰਾਤ ਨਿਰੰਤਰ ਚਾਲੂ ਹੈ। ਕਹਿ ਸਕਦੇ ਹਾਂ ਕਿ ਹਰ ਸਕਿੰਟ ਕਿਸੇ ਨਾ ਕਿਸੇ ਦੇ ਮਨ ਦੇ ਵਿੱਚ ਵਿਕਾਰਾਂ ਚੋਂ ਉੱਠ ਕੇ ਤੇ ਚੰਗਾ ਇਨਸਾਨ ਬਣਨ ਦੇ ਫੁਰਨੇ ਫੁਰ ਰਹੇ। ਅਹਨਸ ਅੰਦੁਲੇ ਦੀਪਕ ਦੇ, ਦਿਨ ਰਾਤ ਪ੍ਰਮਾਤਮਾ ਅੰਨਿਆਂ ਨੂੰ ਦੀਵਾ ਬਖਸ਼ ਰਿਹਾ ਹੈ, ਗਿਆਨ ਦਾ ਬਖਸ਼ਦਾ ਤਾਂ ਹੀ ਹੈ ਕਿਉਂਕਿ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਿਆਂ ਦੀ ਫਿਕਰ ਕਰਦਾ ਹੈ। ਭੌਜਲ ਡੂਬਤ ਚਿੰਤ ਕਰੇ, ਜੇ ਚਿੰਤਾ ਨਾ ਕਰੇ, ਜੇ ਉਸ ਪ੍ਰਮਾਤਮਾ ਨੂੰ ਸਾਡਾ ਫਿਕਰ ਨਾ ਹੋਏ ਤੇ ਡੁੱਬੀ ਜਾਈਏ ਵਿਕਾਰਾਂ ਦੇ ਵਿੱਚ, ਉਹ ਕਿਉਂ ਸਾਡੇ ਮਨ ਦੇ ਵਿੱਚ ਫੁਰਨਾ ਫੋਰੇ। ਫਿਕਰ ਹੈ, ਇਸੇ ਲਈ ਹੀ ਫੁਰਨਾ ਫੋਰਦਾ ਹੈ। ਕਹੈ ਸੁਣੈ ਜੋ ਮਾਨੈ ਨਾਉ, ਹਉ ਬਲਹਾਰੈ ਤਾਂ ਕਹਿ ਜਾਓ। ਗੁਰੂ ਜੀ ਕਹਿੰਦੇ, हे ਪ੍ਰਮਾਤਮਾ, ਜਿਹੜਾ ਮਨੁੱਖ ਤੇਰਾ ਨਾਮ ਬੋਲਦਾ ਹੈ, ਸੁਣਦਾ ਹੈ ਤੇ ਮੰਨਦਾ ਹੈ, ਤੇਰੇ ਨਾਮ ਦੇ ਵਿੱਚ ਸ਼ਰਧਾ ਧਾਰਦਾ ਹੈ, ਮੈਂ ਉਸ ਤੋਂ ਬਲਿਹਾਰੇ ਸਦਕੇ ਜਾਂਦਾ ਹਾਂ। ਨਾਨਕ ਏਕ ਕਹੈ ਅਰਦਾਸ, ਜੀਉ ਪਿੰਡ ਸਭ ਤੇਰਾ ਪਾਸ। ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ ਕਿ ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ। ਜਾਂ ਤੂੰ ਦੇਹ ਜਪੀ ਤੇਰਾ ਨਾਉ, ਦਰਗਾਹ ਬੈਸਨ ਹੋਵੈ ਥਾਂ। ਜਿਸ ਨੂੰ ਤੂੰ ਬਖਸ਼ਦਾ ਹੈ ਉਹੀ ਤੇਰਾ ਨਾਮ ਜਪ ਸਕਦਾ ਹੈ ਤੇ ਉਸੇ ਨੂੰ ਹੀ ਤੇਰੀ ਹਜ਼ੂਰੀ ਦੇ ਵਿੱਚ ਬੈਠਣ ਦੇ ਲਈ ਥਾਂ ਮਿਲ ਸਕਦੀ ਹੈ। ਜਾਂ ਅਸੀਂ ਆਪਣੇ ਤੇ ਲਾ ਕੇ ਗੱਲ ਕਰ ਲਈਏ, ਗੁਰੂ ਜੀ ਨੇ ਆਪਣੇ ਤੇ ਲਾ ਕੇ ਗੱਲ ਕੀਤੀ ਕਿ हे ਪ੍ਰਭੂ, ਜਦੋਂ ਤੂੰ ਚਾਹੁੰਦਾ ਹੈ, ਜਦੋਂ ਤੇਰੀ ਮਿਹਰ ਮੇਰੇ ਤੇ ਹੁੰਦੀ ਹੈ, ਜਦੋਂ ਤੂੰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ, ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ, ਤਾਂ ਹੀ ਮੈਨੂੰ ਤੇਰੀ ਦਰਗਾਹ ਦੇ ਵਿੱਚ, ਤੇਰੀ ਹਜ਼ੂਰੀ ਦੇ ਵਿੱਚ ਬੈਠਣ ਨੂੰ ਥਾਂ ਮਿਲ ਸਕਦੀ ਹੈ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਜਦੋਂ ਤੇਰੀ ਰਜ਼ਾ ਹੁੰਦੀ ਹੈ ਉਦੋਂ ਮੇਰੇ ਅੰਦਰੋਂ ਦੁਰਮਤ ਦੂਰ ਹੁੰਦੀ ਹੈ, ਮਾੜੀ ਮਤ, ਭੈੜੀ ਮਤ ਦੂਰ ਹੁੰਦੀ ਹੈ ਤੇ ਤੇਰਾ ਬਖਸ਼ਿਆ ਸ੍ਰੇਸ਼ਟ ਗਿਆਨ ਮੇਰੇ ਮਨ ਵਿੱਚ ਆ ਕੇ ਵਸ ਸਕਦਾ ਹੈ ਜਦੋਂ ਤੇਰੀ ਰਜ਼ਾ ਹੋਵੇ। ਜਾਂ ਤੁਧ ਭਾਵੈ ਨਦਰ ਕਰੇ ਤਾਂ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਵ ਜਲ ਤਰੈ। ਪ੍ਰਣਵਤ ਤੋਂ ਭਾਵ ਬੇਨਤੀ ਕਰਦਾ ਹੈ। ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ। ਨਦਰ ਕਰੇ ਤਾਂ ਸਤਿਗੁਰ ਮਿਲੈ, ਤੇ ਜਿਹਨੂੰ ਗੁਰੂ ਮਿਲ ਗਿਆ ਉਹ ਸੰਸਾਰ ਸਮੁੰਦਰ ਤੋਂ
ਪਾਰ ਲੰਘ ਗਿਆ। ਭਾਗਾਂ ਵਾਲੇ ਆ ਅਸੀਂ, ਸਾਡੇ ਤੇ ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੋਈ ਹੈ, ਸਾਨੂੰ ਗੁਰੂ ਮਿਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਨੂੰ ਇਲਾਹੀ ਗੁਰੂ ਮਿਲੇ। ਸਾਡੇ ਤੇ ਮਿਹਰ ਹੋਈ ਹੈ ਉਸ ਪਰਮਾਤਮਾ ਦੀ, ਅਸੀਂ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਆਸਾ ਮਹਿਲਾ ਪਹਿਲਾ ਪੰਚਪਦੇ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਭੁਜ ਕਾਮ ਨਾਹੀਂ। ਉਤਭੁਜ ਤੋਂ ਭਾਵ ਬਨਸਪਤੀ, ਧੇਨ ਤੋਂ ਭਾਵ ਗਾਂ। ਗੁਰੂ ਜੀ ਕਹਿੰਦੇ ਦੁੱਧ ਤੋਂ ਬਿਨਾ ਗਾਂ, ਖੰਭਾਂ ਤੋਂ ਬਿਨਾ ਪੰਛੀ, ਪਾਣੀ ਤੋਂ ਬਿਨਾ ਬਨਸਪਤੀ ਕਿਸੇ ਕੰਮ ਦੇ ਨਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਜਿਸ ਸੁਲਤਾਨ ਨੂੰ, ਰਾਜੇ ਨੂੰ, ਬਾਦਸ਼ਾਹ ਨੂੰ ਕੋਈ ਸਲਾਮ ਨਾ ਕਰੇ ਉਹ ਬਾਦਸ਼ਾਹ ਕਾਹਦਾ। ਤੇ ਬਿਲਕੁਲ ਇਸੇ ਤਰ੍ਹਾਂ ਹੀ ਚਾਰ ਉਦਾਹਰਨਾਂ ਗੁਰੂ ਜੀ ਨੇ ਸਾਨੂੰ ਪੇਸ਼ ਕੀਤੀਆਂ। ਦੁੱਧ ਤੋਂ ਬਿਨਾਂ ਗਾਂ, ਖੰਭਾਂ ਤੋਂ ਬਿਨਾਂ ਪੰਛੀ, ਪਾਣੀ ਤੋਂ ਬਿਨਾਂ ਬਨਸਪਤੀ ਤੇ ਸਲਾਮ ਤੋਂ ਬਿਨਾਂ ਬਾਦਸ਼ਾਹ। ਕਹਿੰਦੇ ਕਿਸੇ ਕੰਮ ਦੇ ਨਹੀਂ। ਬਿਲਕੁਲ ਉਸੇ ਤਰ੍ਹਾਂ ਅੰਧੀ ਕੋਠੀ ਤੇਰਾ ਨਾਮ ਨਾਹੀਂ, ਜਿਸ ਹਿਰਦੇ ਦੇ ਵਿੱਚ ਪ੍ਰਭੂ ਤੇਰਾ ਨਾਮ ਨਾ ਹੋਵੇ ਉਹ ਇੱਕ ਹਨੇਰੀ ਕੋਠੜੀ ਹੀ ਹੈ। ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ ਰਹਾਉ। ਕੀ ਸ਼ਬਦ ਤੋਂ ਇੱਥੇ ਭਾਵ ਕੀ ਨਹੀਂ ਬਲਕਿ ਕਿਉਂ ਹੈ। ਕੀ ਵਿਸਰੈ ਦੁੱਖ ਬਹੁਤਾ ਲਾਗੈ। ਗੁਰੂ ਜੀ ਪ੍ਰਮਾਤਮਾ ਤੋਂ ਸਵਾਲ ਕਰਦੇ ਪਏ ਨੇ। ਸਵਾਲ ਕਾਹਦਾ? ਇੱਕ ਤਰਲਾ ਕਰਦੇ ਪਏ ਨੇ ਕਿ ਹੇ ਪ੍ਰਭੂ ਤੂੰ ਮੈਨੂੰ ਕਿਉਂ ਵਿਸਰਦਾ ਹੈ। ਤੇਰੇ ਵਿਸਰਿਆਂ ਮੈਨੂੰ ਬੜਾ ਹੀ ਆਤਮਿਕ ਦੁੱਖ ਵਾਪਰਦਾ ਹੈ। ਕਿਉਂ? ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ ਰਹਾਉ। ਹੇ ਪ੍ਰਭੂ ਮਿਹਰ ਕਰ, ਮੇਰੇ ਮਨ ਤੋਂ ਨਾ ਵਿਸਰ, ਕਿਉਂਕਿ ਮੈਨੂੰ ਦੁੱਖ ਲੱਗਦਾ ਜਦ ਤੂੰ ਮੇਰੇ ਮਨ ਤੋਂ ਵਿਸਰਦਾ ਤਾਂ। ਅੱਖੀਂ ਅੰਧ ਜੀਵ ਰਸ ਨਾਹੀਂ, ਕੰਨੀ ਪਵਨ ਨਾ ਵਾਜੈ, ਚਰਣੀ ਚੱਲੈ ਪਜੂਤਾ ਆਗੈ, ਵਿਣ ਸੇਵਾ ਫਲ ਲਾਗੀ। ਇਹਨਾਂ ਦੋ ਪੰਕਤੀਆਂ ਦੇ ਵਿੱਚ ਮਨੁੱਖ ਦੇ ਢੀਠ ਪੁਣੇ ਦੀ ਗੱਲ ਹੋ ਰਹੀ ਹੈ। ਉਸ ਸਮੇਂ ਦੀ ਜਦੋਂ ਮਨੁੱਖ ਬੁੱਢਾ ਹੋ ਜਾਂਦਾ, ਬੁਢਾਪਾ ਆ ਜਾਂਦਾ ਹੈ। ਅੱਖੀਂ ਅੰਧ, ਅੱਖਾਂ ਤੋਂ ਦਿਸਣੋਂ ਬੰਦ ਹੋ ਜਾਂਦਾ ਹੈ। ਜੀਵ ਰਸ ਨਾਹੀਂ, ਜੀਵ ਜੋ ਹੈ ਉਹਦੇ ਵਿੱਚ ਸਵਾਦ ਮਾਣਨ ਦੀ, ਖਾਣ ਪੀਣ ਦਾ ਸਵਾਦ ਮਾਣਨ ਦੀ ਤਾਕਤ ਨਹੀਂ ਰਹਿੰਦੀ। ਪਵਨ ਨਾ, ਕੰਨੀ ਪਵਨ ਨਾ ਵਾਜੈ, ਕੰਨਾਂ ਦੇ ਵਿੱਚ ਰਾਗ ਆਦਿਕ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਚਰਣੀ ਚੱਲੈ ਪਜੂਤਾ ਆਗੈ, ਪਜੂਤਾ ਤੋਂ ਭਾਵ ਫੜਿਆ ਹੋਇਆ। ਬੇਸ਼ੱਕ ਬੁਢਾਪੇ ਦੇ ਵਿੱਚ ਆ ਕੇ ਕੋਈ ਮਨੁੱਖ ਆਪਣੇ ਕਦਮਾਂ ਤੇ ਚੱਲਦਾ ਰਿਹਾ ਹੈ, ਪਰ ਉਹਨੂੰ ਅੱਗਿਓਂ ਫੜਨਾ ਪੈ ਰਿਹਾ, ਸਹਾਰੇ ਦੇ ਨਾਲ ਚੱਲ ਰਿਹਾ ਹੈ। ਬਿਨ ਸੇਵਾ ਫਲ ਲਾਗੇ, ਪਰ ਇੰਨਾ ਢੀਠ ਹੈ ਇਸ ਹਾਲਾਤ ਦੇ ਵਿੱਚ ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਉਹਦੇ ਮਨ ਦੇ ਵਿੱਚ ਹੋਰ ਹੀ ਫਲ ਲੱਗਦੇ ਰਹਿੰਦੇ ਹਨ। ਤੇ ਅਗਲੀਆਂ ਜੋ ਦੋ ਪੰਕਤੀਆਂ ਹਨ ਉਹਨਾਂ ਦੇ ਵਿੱਚ ਇਸ ਤੋਂ ਬਿਲਕੁਲ ਹੀ ਉਲਟੇ ਮਨੁੱਖ ਦੀ ਗੱਲ ਹੋ ਰਹੀ ਹੈ, ਜੋ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ। ਅੱਖਰ ਬਿਰਖ ਬਾਗ ਭੂਏ ਚੋਖੀ, ਸਿੰਚਤ ਭਾਉ ਕਰੇਹੀ। ਜਿਹਨੇ ਆਪਣੇ ਹਿਰਦੇ ਰੂਪ ਭੂਏ ਦੇ ਵਿੱਚ ਅੱਖਰ ਬਿਰਖ ਬਾਗ ਜਾਣੀ ਗੁਰੂ ਦੇ ਸ਼ਬਦ ਰੂਪ ਦਰਖਤ ਤੇ ਬਾਗ ਬੀਜੇ, ਸਿੰਚਤ ਭਾਉ ਕਰੇਹੀ। ਪ੍ਰਭੂ ਦੇ ਨਾਲ, ਗੁਰੂ ਦੇ ਨਾਲ ਪ੍ਰੇਮ ਰੂਪੀ ਪਾਣੀ ਪਾ ਕੇ ਉਸ ਭੋਏ ਨੂੰ ਸਿੰਜਿਆ। ਸਭਨਾ ਫਲ ਲਾਗੈ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਉਹਨਾਂ ਸਭਨਾਂ ਨੂੰ ਅਕਾਲ ਪੁਰਖ ਦਾ ਨਾਮ ਫਲ ਲੱਗਦਾ ਹੈ। ਜਿਹੜੇ ਮਨੁੱਖਾਂ ਨੇ ਵੀ ਆਪਣੇ ਹਿਰਦੇ ਰੂਪ ਭੋਏ ਦੇ ਵਿੱਚ ਗੁਰੂ ਦੇ ਸ਼ਬਦ ਰੂਪੀ ਦਰਖਤ ਬੀਜੇ, ਬਾਗ ਬੀਜੇ, ਗੁਰੂ ਦੇ ਨਾਲ ਤੇ ਪ੍ਰਮਾਤਮਾ ਦੇ ਨਾਲ ਪ੍ਰੇਮ ਰੂਪੀ ਪਾਣੀ ਦੇ ਨਾਲ ਉਹਨਾਂ ਬਾਗਾਂ ਨੂੰ ਸਿੰਜਿਆ, ਉਹਨਾਂ ਸਭਨਾਂ ਨੂੰ ਅਕਾਲ ਪੁਰਖ ਦਾ ਨਾਮ ਫਲ ਲੱਗਦਾ ਹੈ। ਲੇਕਿਨ ਬਿਨ ਕਰਮਾਂ ਕੈਸੇ ਲੇਹੀ, ਕਿ ਜੇ ਕਰਮ ਹੀ ਨਾ ਹੋਣ ਸਾਡੇ ਤਾਂ ਅਸੀਂ ਕਿਵੇਂ ਇਹ ਦਾਤ ਲੈ ਸਕਦੇ ਹਾਂ। ਪ੍ਰਭੂ ਦੀ ਮਿਹਰ ਤੋਂ ਬਿਨਾਂ ਇਹ ਦਾਤ ਨਹੀਂ ਮਿਲਦੀ। ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੈ ਨਾਹੀਂ। हे ਪ੍ਰਭੂ, ਜਿੰਨੇ ਵੀ ਜੀਵ ਹਨ ਸਭ ਤੇਰੇ ਹੀ ਹਨ, ਤੇਰੇ ਹੀ ਪੈਦਾ ਕੀਤੇ ਹੋਏ ਹਨ।
ਤੇਰਾ ਸਿਮਰਨ ਕਰਨ ਤੋਂ ਬਿਨਾਂ ਮਨੁੱਖਾ ਜੀਵਨ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਦਾ। ਬਿਨ ਸੇਵਾ ਫਲ ਕਿਸੈ ਨਾਹੀ, ਦੁੱਖ ਸੁਖ ਭਾਣਾ ਤੇਰਾ ਹੋਵੈ, ਬਿਨ ਨਾਵੈ ਜੀਓ ਰਹੈ ਨਾਹੀ। ਦੁੱਖ ਸੁੱਖ ਤੇ ਤੇਰਾ ਭਾਣਾ ਹੈ ਪ੍ਰਮਾਤਮਾ। ਜੋ ਵੀ ਜੰਮਿਆ ਹੈ ਉਹਦੇ ਜੀਵਨ ਦੇ ਵਿੱਚ ਦੁੱਖ ਵੀ ਆਉਣਾ ਹੈ, ਸੁੱਖ ਵੀ ਆਉਣਾ ਹੈ। ਇਹ ਤੇ ਤੇਰੀ ਰਜ਼ਾ ਹੈ, ਤਾਂ ਤੇਰਾ ਨਿਯਮ ਬਣਾਇਆ ਹੋਇਆ ਹੈ। ਪਰ ਅਕਸਰ ਜੋ ਜੀਵ ਹੈ ਉਹ ਦੁੱਖ ਦੇ ਵਿੱਚ ਘਾਬਰ ਜਾਂਦਾ ਹੈ, ਸੁੱਖ ਦੇ ਵਿੱਚ ਉਛਲਣ ਲੱਗਦਾ ਹੈ, ਆਪੇ ਤੋਂ ਬਾਹਰ ਹੋ ਜਾਂਦਾ ਹੈ। ਬਿਨ ਨਾਵੈ ਜੀਓ ਰਹੈ ਨਾਹੀ, ਤੇਰੇ ਨਾਮ ਸਿਮਰਨ ਤੋਂ ਬਿਨਾਂ ਜੀਵ ਦੀ ਜੋ ਆਤਮਿਕ ਅਵਸਥਾ ਹੈ ਉਹ ਸਥਿਰ ਨਹੀਂ ਹੋ ਸਕਦੀ, ਅਡੋਲ ਨਹੀਂ ਹੋ ਸਕਦੀ। ਜਿਹਨੇ ਨਾਮ ਸਿਮਰਨ ਕਰ ਲਿਆ ਉਹ ਅਡੋਲ ਹੋ ਗਿਆ। ਉਹਦੇ ਜੀਵਨ ਦੇ ਵਿੱਚ ਦੁੱਖ ਸੁੱਖ ਆਉਣੇ ਬੰਦ ਨਹੀਂ ਹੋ ਜਾਂਦੇ, ਪਰ ਉਹਨਾਂ ਦੁੱਖਾਂ ਦੇ ਵਿੱਚ ਉਹ ਘਾਬਰਦਾ ਨਹੀਂ, ਸੁੱਖਾਂ ਦੇ ਵਿੱਚ ਉਹ ਉਛਲਦਾ ਨਹੀਂ, ਅਡੋਲ ਹੋ ਜਾਂਦਾ, ਸਥਿਰ ਹੋ ਜਾਂਦਾ। ਮੱਤ ਵਿੱਚ ਮਰਨ ਜੀਵਨ, ਹੋਰ ਕੈਸਾ ਜਾ ਜੀਵਾਂ ਤਾਂ ਜੁਗਤ ਨਾਹੀ। ਗੁਰੂ ਦੀ ਦੱਸੀ ਮੱਤ ਵਿੱਚ ਤੁਰ ਕੇ ਆਪਾ ਭਾਵ ਦਾ ਮਰ ਜਾਣਾ, ਮੱਤ ਵਿੱਚ ਮਰਨ। ਜੀਵਨ ਇਹੀ ਹੈ ਸਹੀ ਜੀਵਨ। ਜੇ ਮਨੁੱਖ ਦਾ ਸਵਾਰਥੀ ਜੀਵਨ ਨਹੀਂ ਮੁੱਕਿਆ ਤਾਂ ਉਹ ਜੀਵਨ ਵਿਅਰਥ ਹੈ। ਜੇ ਮੈਂ ਇਹ ਸਵਾਰਥੀ ਜੀਵਨ ਹੀ ਜਿਉਂਦਾ ਹਾਂ ਤਾਂ ਇਸ ਜੀਵਨ ਨੂੰ ਸੁਚੱਜਾ ਢੰਗ ਨਹੀਂ ਕਿਹਾ ਜਾ ਸਕਦਾ। ਕਹੈ ਨਾਨਕ ਜੀਵਾਲੇ ਜੀਆ, ਜਾਂ ਭਾਵੈ ਤਾਂ ਰਾਖ ਤੂੰ ਹੀ। ਨਾਨਕ ਆਖਦਾ ਹੈ ਪ੍ਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ। ਉਹਦੀ ਹਜ਼ੂਰੀ ਦੇ ਵਿੱਚ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਜਿੱਥੇ ਤੇਰੀ ਰਜ਼ਾ ਹੈ ਉੱਥੇ ਸਾਨੂੰ ਰੱਖ, ਆਪਣੀ ਸਿਮਰਨ ਦੀ ਦਾਤ ਸਾਨੂੰ ਬਖਸ਼। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 354ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਜਾਣਿਆ ਕਿ ਕਿਸੇ ਨੂੰ ਜੀਵਨ ਦੇ ਵਿੱਚ ਆਦਰ ਮਿਲਦਾ ਹੈ ਉਸ ਪਰਮਾਤਮਾ ਦੀ ਰਜ਼ਾ ਅਧੀਨ, ਕਿਸੇ ਨੂੰ ਨਿਰਾਦਰ ਮਿਲਦਾ ਹੈ। ਆਦਰ ਵਾਲਾ ਹੰਕਾਰ ਕਰ ਬੈਠਦਾ ਹੈ, ਨਿਰਾਦਰ ਵਾਲਾ ਢੇਰੀ ਢਾਹ ਬੈਠਦਾ ਹੈ। ਫਿਰ ਢੇਰੀ ਢਾਏ ਹੋਇਆਂ ਨੂੰ ਜਾਂ ਹੰਕਾਰ ਦੇ ਵਿੱਚ ਡੁੱਬਿਆਂ ਹੋਇਆਂ ਨੂੰ ਵੀ ਇੱਕ ਦਿਨ ਅਕਲ ਆਉਂਦੀ ਹੈ, ਜਦ ਉਹਨਾਂ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਏ। ਅਕਲ ਆਉਂਦੀ ਹੈ, ਉਹ ਚੰਗੇ ਇਨਸਾਨ ਬਣ ਜਾਂਦੇ ਹਨ। ਦਿਨ ਰਾਤ ਇਹ ਸਿਲਸਿਲਾ ਚੱਲ ਰਿਹਾ ਹੈ। ਹਰ ਵਕਤ ਕੋਈ ਨਾ ਕੋਈ ਜੀਵ ਵਿਕਾਰਾਂ ਭਰੀ ਜ਼ਿੰਦਗੀ ਛੱਡ ਕੇ ਇੱਕ ਚੰਗੀ ਜ਼ਿੰਦਗੀ ਜਿਉਣ ਦੇ ਲਈ ਆਪਣਾ ਜੋ ਸਫ਼ਰ ਹੈ ਉਹ ਸ਼ੁਰੂ ਕਰ ਰਿਹਾ ਹੈ। ਫਿਰ ਅਸੀਂ ਉਸ ਪ੍ਰਮਾਤਮਾ ਦੇ ਨਾਮ ਦੀ ਤਾਕਤ, ਉਹਦੀ ਮਹਿਮਾ ਦੇ ਬਾਰੇ ਵਿੱਚ ਜਾਣਿਆ। ਬੜੀਆਂ ਵਧੀਆ ਉਦਾਹਰਨਾਂ ਦੇ ਕੇ ਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਨਾਮ ਤੋਂ ਬਿਨਾਂ ਜੋ ਸਾਡੀ ਜ਼ਿੰਦਗੀ ਹੈ ਉਹ ਅਧੂਰੀ ਹੈ, ਉਹ ਵਿਅਰਥ ਹੈ। ਜੇ ਅਸੀਂ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵਸਾਇਆ ਹੋਇਆ ਤਾਂ ਅਸੀਂ ਇੱਕ ਸਵਾਰਥੀ ਜੀਵਨ ਜਿਉਂ ਰਹੇ ਹਾਂ। ਇਹ ਸਵਾਰਥੀ ਜੀਵਨ ਨੂੰ ਜਿਉਣ ਦਾ ਸਹੀ ਢੰਗ ਨਹੀਂ ਹੈ। ਸਾਨੂੰ ਪ੍ਰੇਰਿਤ ਕੀਤਾ ਕਿ ਉਸ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰੀਏ ਕਿ ਹੇ ਪਰਮਾਤਮਾ, ਸਾਨੂੰ ਆਪਣਾ ਨਾਮ ਬਖਸ਼, ਆਪਣੇ ਨਾਮ ਦੀ ਦਾਤ ਸਾਨੂੰ ਬਖਸ਼, ਤਾਂ ਕਿ ਅਸੀਂ ਅਡੋਲ ਹੋ ਸਕੀਏ, ਤਾਂ ਕਿ ਅਸੀਂ ਸਹੀ ਜੀਵਨ ਪੰਧ 'ਤੇ ਆਪਣਾ ਸਫ਼ਰ ਸ਼ੁਰੂ ਕਰ ਸਕੀਏ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।